ਸੁਮਿਤੀ ਅਤੇ ਹੋਰ ਮੈਂਬਰਾਂ ਨੇ ਕਿਹਾ ਕਿ ਬਿੱਲ ਲਿਆਉਣ ਦਾ ਮਤਲਬ ਕੀ ਹੈ ਕਿ ਹੁਣ ਜੰਮੂ ਕਸ਼ਮੀਰ ਨੂੰ ਸਟੇਟਹੁੱਡ ਨਹੀਂ ਮਿਲੇਗੀ। ਬਿੱਲ ਨੂੰ ਪਾਇਲਟ ਤਾਂ ਮੈਂ ਕਰ ਰਿਹਾ ਹਾਂ, ਬਿੱਲ ਲੈ ਕੇ ਮੈਂ ਆਇਆ ਹਾਂ। ਮਨਸ਼ਾ ਮੈਂ ਸਪਸ਼ਟ ਕਰ ਦਿੱਤੀ ਹੈ, ਕਿਤੇ ਵੀ ਨਹੀਂ ਲਿਖਿਆ ਹੈ ਕਿ ਸਟੇਟਹੁੱਡ ਇਸ ਨੂੰ ਨਹੀਂ ਮਿਲੇਗਾ। ਤੁਸੀਂ ਕਿੱਥੋਂ ਡਰਾ ਕਰਦੇ ਹੋ? ਆਪਣੇ ਮਨ ਦੀਆਂ ਸ਼ੰਕਾਵਾਂ ਨੂੰ ਜੰਮੂ ਕਸ਼ਮੀਰ ਦੇ ਲੋਕਾਂ ਤੇ ਕਿਉਂ ਥੋਪ ਰਹੇ ਹੋ? ਮੈਂ ਇਸੇ ਹੀ ਸਦਨ ਵਿੱਚ ਕਿਹਾ ਹੈ ਅਤੇ ਫਿਰ ਤੋਂ ਕਹਿੰਦਾ ਹਾਂ ਕਿ ਇਸ ਬਿੱਲ ਦਾ ਜੰਮੂ ਕਸ਼ਮੀਰ ਦੇ ਸਟੇਟਹੁੱਡ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਢੁਕਵਾਂ ਸਮਾਂ ਆਉਣ ਤੇ ਜੰਮੂ ਕਸ਼ਮੀਰ ਨੂੰ ਸਟੇਟਹੁੱਡ ਦਿੱਤਾ ਜਾਵੇਗਾ। ਕੀ ਅਰੁਣਾਚਲ ਰਾਜ ਨਹੀਂ ਹੈ? ਕੀ ਗੋਆ ਰਾਜ ਨਹੀਂ ਹੈ? ਕੀ ਮਿਜ਼ੋਰਮ ਰਾਜ ਨਹੀਂ ਹੈ? ਇਹ ਸਾਰੇ ਰਾਜ ਹੀ ਹਨ। ਜ਼ਰਾ ਧਿਆਨ ਨਾਲ ਪੜ੍ਹ ਲੈਂਦੇ ਤਾਂ ਫਜ਼ੀਹਤ ਹੀ ਨਾ ਹੁੰਦੀ। ਇਹ ਸਾਰੇ ਰਾਜ ਨੇ ਅਤੇ ਸਟੇਟਹੁੱਡ ਅੰਦਰ ਨੇ। ਜਿੱਥੇ ਵਿਸ਼ੇਸ਼ ਤਰ੍ਹਾਂ ਦੀ ਭੂਗੋਲਿਕ ਸਥਿਤੀ ਹੁੰਦੀ ਹੈ, ਪ੍ਰਸ਼ਾਸਕੀ ਹਾਲਾਤ ਹੁੰਦੇ ਨੇ, ਤਾਂ ਉੱਥੇ ਅਧਿਕਾਰੀਆਂ ਨੂੰ ਭੇਜਣਾ ਹੀ ਪੈਂਦਾ ਏ ਅਤੇ ਉਹ ਰਾਜ ਦੇ ਵਿਕਾਸ ਲਈ ਜਾਂਦੇ ਨੇ। ਜਿਹੜੇ ਅਧਿਕਾਰੀ ਜੰਮੂ ਕੈਡਰ ਦੇ ਨੇ ਉਹੀ ਅਧਿਕਾਰੀ ਮਸੂਰੀ ਵਿੱਚ ਟ੍ਰੇਨਿੰਗ ਲੈਂਦੇ ਨੇ ਜੋ ਪਹਿਲਾਂ ਜੰਮੂ ਕਸ਼ਮੀਰ ਦੇ ਅਧਿਕਾਰੀ ਲੈਂਦੇ ਸਨ। ਇਹ ਹੁਣ ਆਲ ਇੰਡੀਆ ਕੈਡਰ ਏ ਅਤੇ ਉਸ ਹਿਸਾਬ ਨਾਲ ਹਿੰਦੂ ਮੁਸਲਿਮ ਦੀ ਵੰਡ ਕਰਨੀ ਜਾਇਜ਼ ਨਹੀਂ ਏ। ਤੁਹਾਡੇ ਸਭ ਦੇ ਦਿਲ ਵਿੱਚ ਹਿੰਦੂ ਮੁਸਲਮਾਨ ਏ, ਮੈਂ ਸਮਝਦਾ ਹਾਂ, ਪਰ ਤੁਸੀਂ ਦੇਸ਼ ਦੇ ਅਫਸਰਾਂ ਨੂੰ ਵੀ ਹਿੰਦੂ ਮੁਸਲਮਾਨ ਵਿੱਚ ਵੰਡਦੇ ਹੋ। ਸਾਡੀ ਕੀ ਧਾਰਨਾ ਹੈ? ਇੱਕ ਹਿੰਦੂ ਅਫਸਰ ਕੀ ਮੁਸਲਮਾਨ ਜਨਤਾ ਦੀ ਸੇਵਾ ਨਹੀਂ ਕਰ ਸਕਦਾ ਅਤੇ ਕੀ ਮੁਸਲਮਾਨ ਅਫਸਰ ਹਿੰਦੂਆਂ ਦੀ ਸੇਵਾ ਨਹੀਂ ਕਰ ਸਕਦਾ? ਕਿਸ ਤਰ੍ਹਾਂ ਦੇ ਦੇਸ਼ ਵਿੱਚ ਅਸੀਂ ਅੱਗੇ ਵਧਣ ਜਾ ਰਹੇ ਹਾਂ? ਜਦੋਂ ਵਿਰੋਧੀ ਧਿਰ ਵਿੱਚ ਬਹਿੰਦੇ ਹੋ ਤਾਂ ਆਪਣੇ ਸਮੇਂ ਵਿੱਚ ਕੀ ਕੁਝ ਕੀਤਾ ਸੀ ਉਸ ਨੂੰ ਵੀ ਥੋੜਾ ਯਾਦ ਰੱਖਣਾ ਚਾਹੀਦਾ ਏ, ਨਹੀਂ ਤਾਂ ਫੇਰ ਸੁਣਨਾ ਪਵੇਗਾ। ਇਹ ਸਾਨੂੰ 4G 2G ਕਹਿ ਰਹੇ ਨੇ। ਮੈਂ ਹੁਣ ਵੀ ਕਹਿੰਦਾ ਹਾਂ ਕਿ ਸਭ ਤੋਂ ਵੱਡਾ ਨਾਗਰਿਕ ਦਾ ਅਧਿਕਾਰ ਏ ਸੁੱਖ ਤੇ ਸਲਾਮਤੀ ਨਾਲ ਰਹਿਣ ਦਾ। ਜਿੱਥੇ ਸਲਾਮਤੀ ਨਹੀਂ ਹੋਵੇਗੀ ਉੱਥੇ ਅਧਿਕਾਰਾਂ ਦਾ ਕੋਈ ਮਤਲਬ ਨਹੀਂ ਏ। ਇਹ ਨਵਾਂ ਫੈਸ਼ਨ ਸ਼ੁਰੂ ਹੋ ਗਿਆ ਏ। ਮਾਨਯੋਗ, ਮੈਂ ਕਹਿਣਾ ਚਾਹੁੰਦਾ ਹਾਂ ਕਿ ਇਹ ਜੋ ਲੋਕ ਕਹਿ ਰਹੇ ਨੇ ਕਿ ਅਸੀਂ ਵਿਦੇਸ਼ਾਂ ਦੇ ਦਬਾਅ ਵਿੱਚ ਆ ਕੇ ਕਹਿ ਰਹੇ ਹਾਂ, ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕਿਸ ਦੇ ਦਬਾਅ ਅਧੀਨ 370 ਨੂੰ ਇੰਨੇ ਸਮੇਂ ਤੱਕ ਚਾਲੂ ਰੱਖਿਆ? ਇਹ ਤਾਂ ਥੋੜਾ ਦੱਸ ਦਿਓ ਕਿ ਕਿਸ ਦਾ ਦਬਾਅ ਸੀ, ਕੌਣ ਤੁਹਾਡੇ ਤੇ ਦਬਾਅ ਪਾਉਂਦਾ ਸੀ? ਹੁਣ ਕਿਸੇ ਨੇ ਕਹਿ ਦਿੱਤਾ ਕਿ ਵੱਡੇ ਵੱਡੇ ਸਾਹਿਤਕ ਸ਼ਬਦਾਂ ਦੇ ਨਾਲ ਹਕੂਮਤ ਦਾ ਜਨਤਾ ਨਾਲ ਵਾਅਦਾ ਸੀ, ਸਮਝੌਤਾ ਸੀ। ਮੈਂ ਤਾਂ ਸਮਝੌਤੇ ਨੂੰ ਬਾਰੀਕੀ ਨਾਲ ਪੜ੍ਹਦਾ ਹਾਂ ਅਤੇ ਮੈਂ ਮੰਨਦਾ ਹਾਂ ਕਿ ਪਹਿਲੀਆਂ ਸਰਕਾਰਾਂ ਨੇ ਵੀ ਜਿਹੜੇ ਵਾਅਦੇ ਕੀਤੇ ਸਨ ਉਹਨਾਂ ਨੂੰ ਪੜ੍ਹਨਾ ਚਾਹੀਦਾ ਏ ਅਤੇ ਉਹਨਾਂ ਉੱਪਰ ਅਮਲ ਕਰਨਾ ਚਾਹੀਦਾ ਏ। ਧਾਰਾ 370 ਅਤੇ 35A ਬਾਰੇ ਕਿਹਾ ਗਿਆ ਕਿ ਜੰਮੂ ਕਸ਼ਮੀਰ ਦੀ ਜਨਤਾ ਦਾ ਦੇਸ਼ ਦੀ ਸਰਕਾਰ ਨਾਲ ਸਮਝੌਤਾ ਸੀ। ਸਮਝੌਤਾ ਜ਼ਰੂਰ ਸੀ, ਪਰ ਉਸ ਵਿੱਚ ਟੈਂਪਰੇਰੀ ਸ਼ਬਦ ਤੁਸੀਂ ਪੜ੍ਹਨਾ ਭੁੱਲ ਜਾਂਦੇ ਹੋ। ਇਹ ਟੈਂਪਰੇਰੀ ਸੀ ਅਤੇ ਜਿਹੜਾ ਤੁਸੀਂ ਮੇਰਾ 17 ਮਹੀਨਿਆਂ ਦਾ ਹਿਸਾਬ ਪੁੱਛ ਰਹੇ ਹੋ ਕਿ ਸਟੇਟਹੁੱਡ ਕਦੋਂ ਦੇਵੋਗੇ, ਸਟੇਟਹੁੱਡ ਕਦੋਂ ਦੇਵੋਗੇ, ਅਸੀਂ ਜ਼ਰੂਰ ਦੇਵਾਂਗੇ। ਪਰ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਹਾਂ ਅਤੇ ਮੈਂ ਵੀ ਕਿਹਾ ਏ ਕਿ ਇਹ ਵੀ ਟੈਂਪਰੇਰੀ ਏ। ਤੁਸੀਂ 17 ਮਹੀਨਿਆਂ ਦਾ ਹਿਸਾਬ ਮੰਗਦੇ ਹੋ। ਟੈਂਪਰੇਰੀ 370 70 ਸਾਲ ਤੱਕ ਚੱਲੀ, ਉਸ ਵੇਲੇ ਕਿਉਂ ਨਹੀਂ ਹਿਸਾਬ ਮੰਗਿਆ? ਇੱਕ ਟੈਂਪਰੇਰੀ ਪ੍ਰੋਵੀਜ਼ਨ ਕਦੋਂ ਤੱਕ ਟੈਂਪਰੇਰੀ ਰਹੇਗੀ? ਟੈਂਪੋਰੇਰੀ ਪ੍ਰੋਵੀਜ਼ਨ ਨੂੰ ਕਿਉਂ ਨਹੀਂ ਉਖਾੜ ਦਿੰਦੇ? ਕਿਉਂ ਕੋਈ ਨਹੀਂ ਪੁੱਛਦਾ? ਕਿਉਂ ਕੋਈ ਨਹੀਂ ਪੁੱਛਦਾ? ਇਹ ਸਰਕਾਰ ਵੰਡ ਦੀ ਰਾਜਨੀਤੀ ਤੇ ਨਹੀਂ ਚੱਲਦੀ ਏ। ਇਹ ਸਰਕਾਰ ਦੇਸ਼ ਦੇ ਹਿੱਤ ਵਿੱਚ ਫੈਸਲੇ ਕਰਦੀ ਏ। ਇਹ ਸਰਕਾਰ ਦੇਸ਼ ਦੇ ਭਵਿੱਖ ਨੂੰ ਸਵਾਰਨ ਲਈ ਏ। ਅਸੀਂ ਆਵਾਂਗੇ, ਜਾਵਾਂਗੇ, ਇਹ ਲੋਕਤੰਤਰ ਏ, ਜਿੱਤਾਂਗੇ, ਹਾਰਾਂਗੇ, ਇਸ ਨੂੰ ਧਿਆਨ ਵਿੱਚ ਰੱਖ ਕੇ ਦੇਸ਼ ਦੇ ਭਵਿੱਖ ਨੂੰ ਤਾਕ ਤੇ ਨਹੀਂ ਰੱਖ ਸਕਦੇ, ਨਾ ਅਸੀਂ ਰੱਖਣਾ ਚਾਹੁੰਦੇ ਹਾਂ। ਤੁਹਾਡੀ ਪਾਲਿਸੀ ਏ, ਤੁਹਾਨੂੰ ਮੁਬਾਰਕ ਹੋਵੇ। 2G ਤੋਂ 4G ਵਿਦੇਸ਼ੀਆਂ ਦੇ ਦਬਾਅ ਵਿੱਚ ਕੀਤਾ ਏ। ਓਵੈਸੀ ਸਾਹਿਬ, ਤੁਹਾਨੂੰ ਸ਼ਾਇਦ ਇਹ ਪਤਾ ਨਹੀਂ ਹੈ ਕਿ ਜਿਸ ਦਾ ਤੁਸੀਂ ਸਮਰਥਨ ਕਰਦੇ ਸੀ ਉਹ UPA ਦੀ ਸਰਕਾਰ ਚਲੀ ਗਈ ਏ। ਇਹ ਨਰਿੰਦਰ ਮੋਦੀ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਏ।
ਇਸ ਦੇਸ਼ ਦੇ ਫੈਸਲੇ ਦੇਸ਼ ਕਰਦਾ ਏ। ਦੇਸ਼ ਦੇ ਫੈਸਲੇ ਦੇਸ਼ ਦੀ ਸੰਸਦ ਕਰਦੀ ਏ। ਕੋਈ ਸਾਡੇ ਤੇ ਦਬਾਅ ਨਹੀਂ ਪਾ ਸਕਦਾ ਅਤੇ ਉਸ ਨੂੰ ਇਸ ਲਈ ਰਿਸਟ੍ਰਿਕਟ ਕੀਤਾ ਸੀ ਕਿ ਕੁਝ ਸੰਭਲਣ ਲਈ ਕੁਝ ਸਮਾਂ ਚਾਹੀਦਾ ਸੀ। ਅਫਵਾਹਾਂ ਨਾ ਫੈਲਾਈਆਂ ਜਾਣ, ਇਸ ਲਈ ਸਮਾਂ ਚਾਹੀਦਾ ਸੀ। ਅਧੀਰ ਰੰਜਨ ਜੀ, ਤੁਸੀਂ ਸਾਨੂੰ ਪੁੱਛ ਰਹੇ ਹੋ ਕਿ 2G 4G, ਤੁਸੀਂ ਤਾਂ ਮੋਬਾਈਲ ਵੀ ਬੰਦ ਕਰ ਦਿੱਤੇ ਸਨ, 20 ਸਾਲ ਤੱਕ ਬੰਦ ਕਰ ਦਿੱਤੇ ਸਨ। 2G 4G ਦੀ ਗੱਲ ਤਾਂ ਛੱਡੋ, ਮੋਬਾਈਲ ਸੇਵਾ ਹੀ ਬੰਦ ਕਰ ਦਿੱਤੀ ਸੀ। ਉਸ ਵੇਲੇ ਸਾਰੇ ਅਧਿਕਾਰ ਕਿੱਥੇ ਗਏ ਸਨ? ਮਾਨਯੋਗ, ਮੈਂ ਤੁਹਾਡੇ ਮਾਧਿਅਮ ਰਾਹੀਂ ਪੁੱਛਣਾ ਚਾਹੁੰਦਾ ਹਾਂ ਕਿ ਕਿੱਥੇ ਗਏ ਸਨ ਸਾਰੇ ਅਧਿਕਾਰ? ਵਿਰੋਧੀ ਧਿਰ ਵਿੱਚ ਬੈਠਦੇ ਹੋ, ਆਪਣੇ ਸਮੇਂ ਵਿੱਚ ਕੀ ਕੁਝ ਕੀਤਾ ਸੀ ਉਸ ਨੂੰ ਵੀ ਯਾਦ ਰੱਖਣਾ ਚਾਹੀਦਾ ਏ, ਵਰਨਾ ਫੇਰ ਸੁਣਨੀ ਪਵੇਗੀ। 3 ਪਰਿਵਾਰਾਂ ਨੇ ਜਿਹੜਾ ਸ਼ਾਸਨ ਕੀਤਾ, ਉਹਨਾਂ ਨੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ। ਕੀ ਮਨੁੱਖੀ ਅਧਿਕਾਰ ਕੁਝ ਲੋਕਾਂ ਤੱਕ ਹੀ ਸੀਮਤ ਹਨ? ਪਾਕਿਸਤਾਨ ਤੋਂ ਜਿਹੜੇ ਦੇਸ਼ ਦੀ ਸਰਹੱਦ ਵਿੱਚ ਆਏ ਨੇ, ਕੀ ਉਹਨਾਂ ਲਈ ਸੀਮਤ ਨਹੀਂ ਹਨ? ਜਿਹੜੇ ਕਸ਼ਮੀਰੀ ਪੰਡਤ ਭਜਾ ਦਿੱਤੇ ਗਏ, ਕੀ ਉਹਨਾਂ ਲਈ ਸੀਮਤ ਨਹੀਂ ਨੇ? ਜਿਹੜੇ ਸੂਫੀ ਸੰਤ ਭਜਾ ਦਿੱਤੇ ਗਏ, ਕੀ ਉਹਨਾਂ ਲਈ ਸੀਮਤ ਨਹੀਂ ਸਨ? ਜਿਹੜੇ ਵਾਲਮੀਕ ਲੋਕ ਆ ਕੇ 70 ਸਾਲ ਤੋਂ ਵੋਟ ਦਾ ਅਧਿਕਾਰ ਪ੍ਰਾਪਤ ਕਰਨ ਲਈ ਸੰਘਰਸ਼ ਕਰਦੇ ਨੇ, ਕੀ ਉਹਨਾਂ ਲਈ ਮਨੁੱਖੀ ਅਧਿਕਾਰ ਨਹੀਂ ਹਨ? ਕਿਉਂ ਉਹਨਾਂ ਪ੍ਰਤੀ ਤੁਹਾਡੇ ਮਨ ਵਿੱਚ ਭਾਵਨਾਵਾਂ ਨਹੀਂ ਆਉਂਦੀਆਂ? ਕਿਉਂ ਜੋ ਉਹ ਤੁਹਾਡਾ ਵੋਟ ਬੈਂਕ ਨਹੀਂ ਹੈ? ਮਨੁੱਖੀ ਅਧਿਕਾਰਾਂ ਵੋਟ ਬੈਂਕ ਦੀ ਦ੍ਰਿਸ਼ਟੀ ਨਾਲ ਦੇਖਣਾ ਤੁਹਾਡਾ ਕੰਮ ਹੈ। ਅਸੀਂ ਮਨੁੱਖੀ ਅਧਿਕਾਰਾਂ ਨੂੰ ਮਨੁੱਖੀ ਅਧਿਕਾਰ ਦੀ ਦ੍ਰਿਸ਼ਟੀ ਨਾਲ ਦੇਖਦੇ ਹਾਂ। ਤੁਸੀਂ ਸਰਕਾਰੀ ਜ਼ਮੀਨ ਜਿਹੜੀ ਆਪਣੇ ਚੱਟਿਆਂ ਬੱਟਿਆਂ ਵਿੱਚ ਵੰਡ ਦਿੱਤੀ, ਅਸੀਂ ਉਸ ਦਾ ਲੈਂਡ ਬੈਂਕ ਬਣਾਇਆ ਅਤੇ ਹੁਣ ਇੰਡਸਟਰੀ ਨੂੰ ਦੇਵਾਂਗੇ ਅਤੇ ਇੰਡਸਟਰੀ ਇਸ ਦੇ ਅੰਦਰ ਵਿਕਸਿਤ ਹੋਵੇਗੀ, ਰੁਜ਼ਗਾਰ ਮਿਲੇਗਾ, ਬਿਜਲੀ ਦੀ ਖਪਤ ਵਧੇਗੀ, GST ਮਿਲੇਗਾ, ਮਾਲੀਆ ਮਿਲੇਗਾ। ਜੰਮੂ ਕਸ਼ਮੀਰ ਇੱਕ ਅਸਥਿਰ ਰਾਜ ਦੀ ਜਗ੍ਹਾ ਆਪਣੇ ਆਪ ਵਿੱਚ ਆਤਮ ਨਿਰਭਰ ਇੱਕ ਰਾਜ ਬਣੇ, ਇਸ ਦਿਸ਼ਾ ਵੱਲ ਅਸੀਂ ਅੱਗੇ ਵਧ ਰਹੇ ਹਾਂ। ਜੰਮੂ ਕਸ਼ਮੀਰ ਦੇ ਉਦਯੋਗ ਲਈ ਸਭ ਤੋਂ ਵੱਡਾ ਅੜਿੱਕਾ ਇਹ ਸੀ ਕਿ ਉੱਥੇ ਜੋ ਵੀ ਸਨਅਤਕਾਰ ਸਨਅਤ ਲਗਾਉਣਾ ਚਾਹੁੰਦਾ ਸੀ, ਉਸ ਨੂੰ ਉੱਥੇ ਜ਼ਮੀਨ ਨਹੀਂ ਮਿਲ ਸਕਦੀ ਸੀ। ਧਾਰਾ 370 ਹਟਾਈ। ਉਸ ਤੋਂ ਬਾਅਦ ਜ਼ਮੀਨ ਦੇ ਕਾਨੂੰਨ ਵਿੱਚ ਬਦਲਾਅ ਕੀਤਾ ਅਤੇ ਹੁਣ ਅਜਿਹੀ ਸਥਿਤੀ ਹੋਈ ਹੈ ਕਿ ਜੰਮੂ ਕਸ਼ਮੀਰ ਵਿੱਚ ਉਦਯੋਗ ਲੱਗ ਸਕਣ। 6 ਮਹੀਨੇ ਪਹਿਲਾਂ ਹੀ ਅਸੀਂ ਇਹ ਕੰਮ ਕੀਤਾ। ਹੁਣ ਜ਼ਮੀਨ ਮਿਲ ਪਾਏਗੀ, ਇਸ ਲਈ ਸਨਅਤ ਵੀ ਆਵੇਗੀ। ਸਨਅਤ ਨੂੰ ਆਉਣ ਲਈ ਸਭ ਤੋਂ ਚੰਗਾ ਪ੍ਰੋਤਸਾਹਨ ਪੈਕੇਜ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਸਰਕਾਰ ਲਿਆਈ ਏ ਅਤੇ ਜੰਮੂ ਕਸ਼ਮੀਰ ਸਰਕਾਰ ਨੇ ਵੀ ਇਸ ਨੂੰ ਪ੍ਰਵਾਨਗੀ ਦੇ ਦਿੱਤੀ ਏ। ਕੋਵਿਡ ਖਿਲਾਫ ਲੜਾਈ ਵੀ ਇਸੇ ਸਮੇਂ ਦੌਰਾਨ ਅਸੀਂ ਲੜੀ। ਸਾਡੇ ਤੋਂ 17 ਮਹੀਨਿਆਂ ਦਾ ਹਿਸਾਬ ਮੰਗਿਆ ਜਾਂਦਾ ਏ। ਇਸੇ ਤਹਿਤ ਇਹ ਲੜਾਈ ਅਤੇ ਸਭ ਤੋਂ ਵਧੀਆ ਕੋਵਿਡ ਪ੍ਰਬੰਧਨ ਉਪ ਰਾਜਪਾਲ ਦੀ ਅਗਵਾਈ ਵਿੱਚ ਜੰਮੂ ਕਸ਼ਮੀਰ ਸਰਕਾਰ ਨੇ ਕੀਤਾ। ਟੀਕਾਕਰਨ ਦਾ ਕੰਮ ਵੀ ਚੰਗੇ ਤਰੀਕੇ ਨਾਲ ਘਾਟੀ ਅਤੇ ਜੰਮੂ ਦੋਨੋਂ ਪਾਸੇ ਚੱਲ ਰਿਹਾ ਹੈ। ਮਾਣਯੋਗ ਏਮਜ਼ ਦੀ ਸਥਾਪਨਾ ਕੀਤੀ, 2 ਏਮਜ਼ ਬਣਾਉਣ ਦਾ ਕੰਮ ਕੀਤਾ ਅਤੇ 2000 ਕਰੋੜ ਰੁਪਏ ਦੇ ਹਿਸਾਬ ਨਾਲ ਭਾਰਤ ਸਰਕਾਰ ਨੇ 4000 ਕਰੋੜ ਰੁਪਇਆ ਇੱਥੇ ਭੇਜਿਆ ਹੈ। ਇਸ ਦੀ ਸ਼ੁਰੂਆਤ ਹੋ ਗਈ ਹੈ। ਨਵੇਂ ਮੈਡੀਕਲ ਕਾਲਜ ਦੀ ਸਥਾਪਨਾ ਅਧੀਨ 7 ਨਵੇਂ ਮੈਡੀਕਲ ਕਾਲਜਾਂ ਦੀ ਸਥਾਪਨਾ ਹੋ ਰਹੀ ਹੈ। 70 ਸਾਲਾਂ ਵਿੱਚ ਸਿਰਫ 3 ਮੈਡੀਕਲ ਕਾਲਜ ਸਨ। 17 ਮਹੀਨਿਆਂ ਵਿੱਚ 7 ਹੋ ਗਏ ਨੇ। 7 ਨਵੇਂ ਮੈਡੀਕਲ ਕਾਲਜ ਅਨੰਤਨਾਗ, ਬਾਰਾਮੂਲਾ, ਰਾਜੌਰੀ, ਡੋਡਾ, ਕਠੂਆ, ਹੰਦਵਾੜਾ, ਊਧਮਪੁਰ ਵਿੱਚ ਇਹਨਾਂ ਮੈਡੀਕਲ ਕਾਲਜਾਂ ਦੀ ਸ਼ੁਰੂਆਤ ਹੋਈ ਹੈ ਅਤੇ 7 ਮੈਡੀਕਲ ਕਾਲਜਾਂ ਵਿੱਚੋਂ 5 ਮੈਡੀਕਲ ਕਾਲਜਾਂ ਦੇ ਆਰਜ਼ੀ ਕੰਪਲੈਕਸਾਂ ਵਿੱਚ ਸ਼ਿਫਟ ਵਿਵਸਥਾ ਦੇ ਆਧਾਰ ਤੇ ਪੜ੍ਹਾਈ ਦਾ ਕੰਮਕਾਜ ਵੀ ਸ਼ੁਰੂ ਕਰ ਦਿੱਤਾ ਹੈ। 2022-23 ਵਿੱਚ 2 ਹੋਰ ਮੈਡੀਕਲ ਕਾਲਜ ਵੀ ਅਸੀਂ ਚਾਲੂ ਕਰ ਦੇਵਾਂਗੇ। ਜਲ ਜ਼ਿੰਦਗੀ ਲਈ ਬਹੁਤ ਮਹੱਤਵਪੂਰਨ ਹੈ।
ਕਾਂਗਰਸ ਦੇ ਹਿਸਾਬ ਨਾਲ 4G ਬਹੁਤ ਮਹੱਤਵਪੂਰਨ ਹੈ, ਪਰ ਸਾਡੀ ਮਾਨਤਾ ਆਪਣੀ ਜਗ੍ਹਾ ਤੇ ਹੈ। 4G ਵੀ ਜ਼ਰੂਰੀ ਹੈ, ਪਰ ਜਲ ਬਹੁਤ ਜ਼ਰੂਰੀ ਹੈ। ਇਸ ਲਈ ਸਤੰਬਰ 2022 ਤੱਕ ਸਾਰੇ ਹੀ 18.16 ਲੱਖ ਪਰਿਵਾਰਾਂ ਨੂੰ ਪਾਈਪ ਰਾਹੀਂ ਪਾਣੀ ਪਹੁੰਚਾਉਣ ਦੀ ਯੋਜਨਾ ਸਮਾਪਤ ਹੋ ਜਾਵੇਗੀ। ਅਤੇ ਜਦੋਂ ਮੈਂ ਇਹ ਕਹਿ ਰਿਹਾ ਹਾਂ ਤਾਂ ਪੁੱਛੋਗੇ ਕਿ ਤੁਸੀਂ ਤਾਂ 2022 ਦੀ ਗੱਲ ਕਰ ਰਹੇ ਹੋ। ਅਸੀਂ 4 ਜ਼ਿਲ੍ਹਿਆਂ ਵਿੱਚ 100% ਘਰਾਂ ਤੱਕ ਪਾਣੀ ਪਹੁੰਚਾਉਣ ਦਾ ਕੰਮ ਮੁਕੰਮਲ ਕਰ ਦਿੱਤਾ ਹੈ ਅਤੇ 2022 ਤੱਕ ਬਾਕੀ ਦੇ ਜ਼ਿਲ੍ਹਿਆਂ ਵਿੱਚ ਪਾਣੀ ਪਹੁੰਚਾਉਣ ਦਾ ਕੰਮ ਕਰਾਂਗੇ। ਅਤੇ ਇਸ ਦੇ ਨਾਲ ਹੀ ਸਕੂਲਾਂ, ਆਂਗਣਵਾੜੀ ਕੇਂਦਰਾਂ, ਸਿੱਖਿਆ ਸੰਸਥਾਵਾਂ ਅਤੇ ਹਸਪਤਾਲਾਂ ਨੂੰ ਵੀ ਇਸ ਯੋਜਨਾ ਨਾਲ ਜੋੜਿਆ ਹੈ। ਮਾਨਯੋਗ ਮਸੂਦੀ ਸਾਹਿਬ ਪੁੱਛਦੇ ਸਨ ਕਿ ਜੰਮੂ ਕਸ਼ਮੀਰ ਨਾਲ ਕੀ ਕੀਤਾ ਹੈ। ਸਮਝੌਤਾ ਨਹੀਂ ਪੜ੍ਹਦੇ। ਹਕੂਮਤ ਦਾ ਜਨਤਾ ਨਾਲ ਸਮਝੌਤਾ ਹੁੰਦਾ ਹੈ। ਸਮਝੌਤਾ ਤਾਂ ਕਾਗਜ਼ ਤੇ ਹੁੰਦਾ ਹੈ, ਜੰਮੂ ਕਸ਼ਮੀਰ ਤਾਂ ਸਾਡੇ ਦਿਲ ਵਿੱਚ ਹੈ। ਮਾਨਯੋਗ ਦੇਸ਼ ਭਰ ਵਿੱਚ 5 ਲੱਖ ਰੁਪਏ ਦੀ ਸਿਹਤ ਯੋਜਨਾ ਜੋ ਪ੍ਰਧਾਨ ਮੰਤਰੀ ਆਯੁਸ਼ਮਾਨ ਯੋਜਨਾ ਨਾਲ ਜਾਣੀ ਜਾਂਦੀ ਹੈ, ਉਹ ਗਰੀਬਾਂ ਲਈ ਹੈ। ਪ੍ਰਧਾਨ ਮੰਤਰੀ ਜੀ ਜੰਮੂ ਕਸ਼ਮੀਰ ਲਈ ਸਿਹਤ ਯੋਜਨਾ ਲਿਆਏ। ਉਸ ਵਿੱਚ ਭਾਵੇਂ ਕਰੋੜਪਤੀ ਹੋਵੇ, ਰੋਡਪਤੀ ਹੋਵੇ, ਸੜਕ ਤੇ ਰਹਿਣ ਵਾਲਾ ਹੋਵੇ ਜਾਂ ਵੱਡੇ ਤੋਂ ਵੱਡੇ ਮਹਿਲ ਵਿੱਚ ਰਹਿਣ ਵਾਲਾ ਹੋਵੇ, ਹਰੇਕ ਨੂੰ 5 ਲੱਖ ਰੁਪਏ ਦੇ ਇਲਾਜ ਦੀ ਸੁਵਿਧਾ ਉਪਲਬਧ ਹੈ।